ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 496 ਤੋਂ ਲੈ ਕੇ 497 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਅੱਜ ਵਾਲਾ ਜਿਹੜਾ ਇਹ ਸ਼ਬਦ ਹੈ, ਇਹ ਜਦੋਂ ਪਾਤਸ਼ਾਹ ਨੂੰ ਗੁਰਗੱਦੀ ਮਿਲੀ ਤਾਂ ਮਾਤਾ ਭਾਨੀ ਜੀ ਹੋਣਾ ਕੋਲੋਂ ਜੋ ਅਸੀਸ ਮਿਲੀ, ਉਹਨੂੰ ਇਸ ਸ਼ਬਦ ਵਿੱਚ ਗੁੰਦਿਆ ਹੈ। ਅਸੀਸ ਨੂੰ ਪਾਤਸ਼ਾਹ ਨੇ ਗੁਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਦੀ ਬਾਣੀ ਹੈ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਗੁਜਰੀ ਮਹੱਲਾ ਪੰਜਵਾਂ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਤਾਕਾ ਅੰਤ ਨ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ। ਸਦਾ ਭਜੋ ਜਗਦੀਸ ਰਹਾਓ। ਹਾਂਜੀ ਸੰਗਤ ਜੀ, ਮਾਤਾ ਜੀ ਅਸੀਸ ਦਿੰਦੇ ਨੇ ਪੁੱਤਰ ਨੂੰ। ਕਹਿੰਦੇ ਉਹ ਪਰਮੇਸ਼ਰ, ਕਹਿੰਦੇ ਜਿਹਦਾ ਸਿਮਰਨ ਕਰਨ ਦੇ ਨਾਲ ਸਾਰੇ ਪਾਪ ਖਤਮ ਹੋ ਜਾਂਦੇ ਨੇ ਅਤੇ ਸਿਮਰਨ ਕਰਨ ਵਾਲੇ ਦੇ ਪਿੱਤਰ ਵੀ ਤਰ ਜਾਂਦੇ ਨੇ, ਉਹਨਾਂ ਦਾ ਵੀ ਉਧਾਰ ਹੋ ਜਾਂਦਾ। ਕਹਿੰਦੇ ਉਸ ਪਰਮੇਸ਼ਰ ਨੂੰ ਤੁਸੀਂ ਸਦਾ ਹੀ ਧਿਆਵੋ, ਉਹਦਾ ਨਾਮ ਤੁਸੀਂ ਸਦਾ ਹੀ ਜਪੋ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੀ ਖੇਡ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਅਸੀਸ ਮਾਤਾ ਜੀ ਦੇ ਰਹੇ ਨੇ ਗੁਰੂ ਸਾਹਿਬਾਨ ਨੂੰ। ਕਹਿੰਦੇ ਉਹ ਪਰਮੇਸ਼ਰ, ਕਹਿੰਦੇ ਤੁਹਾਨੂੰ ਇੱਕ ਅੱਖ ਝਮਕਣ ਦੇ ਸਮੇਂ ਲਈ ਵੀ ਨਾ ਭੁੱਲੇ। ਕਹਿੰਦੇ ਉਸ ਪਰਮੇਸ਼ਰ ਦਾ ਸਦਾ ਹੀ ਭਜਨ ਗਾਓ, ਉਹਦੀ ਸਦਾ ਹੀ ਬੰਦਗੀ ਕਰਦੇ ਰਹੋ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਕਹਿੰਦੇ ਸਤਿਗੁਰ ਤੇਰੇ ਤੇ ਹਮੇਸ਼ਾ ਹੀ ਦਿਆਲ ਹੋਵੇ, ਅਤੇ ਇਸ ਦਿਆਲਤਾ ਦੇ ਕਾਰਨ ਸਤ ਸੰਗਤ ਦੇ ਵਿੱਚ ਤੇਰਾ ਪ੍ਰੇਮ ਬਣਿਆ ਰਹੇ, ਤੈਨੂੰ ਸਤਸੰਗ ਹਮੇਸ਼ਾ ਹੀ ਪਿਆਰਾ ਰਹੇ। ਜਿਸ ਤਰ੍ਹਾਂ ਕਹਿੰਦੇ ਕੱਪੜਾ ਜੀਵ ਦਾ ਪਰਦਾ ਢੱਕਦਾ ਹੈ, ਇਸ ਤਰ੍ਹਾਂ ਹੀ ਪਰਮੇਸ਼ਰ ਤੁਹਾਡੀ ਰਾਖੀ ਕਰਨ। ਕਹਿੰਦੇ ਅਤੇ ਕੀਰਤਨ ਪਰਮੇਸ਼ਰ ਦਾ ਕਰਨਾ ਇਸ ਤਰ੍ਹਾਂ ਹੋਵੇ ਜਿਵੇਂ ਭੋਜਨ ਨਹੀਂ ਛੱਡ ਸਕੀਦਾ। ਤੁਸੀਂ ਕੀਰਤਨ ਤੁਹਾਨੂੰ ਇਸ ਤਰ੍ਹਾਂ ਪਿਆਰਾ ਹੋਵੇ ਜਿਵੇਂ ਭੋਜਨ ਪਿਆਰਾ ਹੁੰਦਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਰੰਗਤ ਮਾਸਾ ਪੂਰਨ ਆਸਾ, ਕਭੇ ਨ ਵਿਆਪੈ ਚਿੰਤਾ। ਤੁਸੀਂ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਜਲ ਸਦਾ ਹੀ ਪੀਂਦੇ ਰਹੋ, ਨਾਮ ਸਦਾ ਹੀ ਜਪਦੇ ਰਹੋ, ਜਿਹਨੂੰ ਜਪਣ ਦੇ ਨਾਲ ਜੀਵ ਹਮੇਸ਼ਾ ਹੀ ਆਨੰਦ 'ਚ ਰਹਿੰਦਾ ਹੈ। ਉਸ ਆਨੰਦ ਨੂੰ ਕੋਈ ਖਤਮ ਨਹੀਂ ਕਰ ਸਕਦਾ, ਜੋ ਆਨੰਦ ਪਰਮੇਸ਼ਰ ਦੇ ਮਿਲਾਪ ਤੋਂ ਜੀਵ ਨੂੰ ਮਿਲਦਾ ਹੈ। ਫਿਰ ਕਹਿੰਦੇ ਤੁਹਾਡਾ ਹਿਰਦਾ ਸਦਾ ਹੀ ਪਰਮੇਸ਼ਰ ਦੇ ਮਿਲਾਪ ਨਾਲ ਖਿੜਿਆ ਰਹੇ, ਤੁਹਾਡੀਆਂ ਆਸਾਂ ਸਦਾ ਹੀ ਪੂਰੀਆਂ ਹੋਣ, ਤੁਹਾਡੇ ਅੰਦਰ ਕੋਈ ਦੁੱਖ ਚਿੰਤਾ ਨਾ ਹੋਵੇ। ਪਵਰ ਤੁਮਾਰਾ ਇਹ ਮਨ ਹੋਵੋ, ਹਰ ਚਰਣਾ ਹੋ ਕੌਲਾ। ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੈ ਚਾਤਰਿਕ ਮੌਲਾ। ਕਹਿੰਦੇ ਜਿਹੜੇ ਪਰਮੇਸ਼ਰ ਦੇ ਚਰਨ ਨੇ, ਉਹ ਤੁਹਾਡੇ ਲਈ ਕਮਲ ਫੁੱਲ ਵਾਂਗ ਬਣ ਜਾਣ, ਅਤੇ ਤੁਹਾਡਾ ਮਨ ਭੌਰਾ ਬਣ ਕੇ ਉਹਨਾਂ ਚਰਨ ਕਮਲਾਂ ਦੇ ਨਾਲ ਇਸ ਤਰ੍ਹਾਂ ਲਿਪਟਿਆ ਰਹੇ ਹਰ ਵਕਤ, ਇਸ ਤਰ੍ਹਾਂ ਆਨੰਦ 'ਚ ਰਹੇ ਜਿਵੇਂ ਪਪੀਹਾ ਜਦੋਂ ਵਰਖਾ ਦੀ ਬੂੰਦ ਆਉਂਦੀ ਆ ਨਾ, ਜਦੋਂ ਉਹਨੂੰ ਉਹ ਮਿਲ ਜਾਂਦੀ ਆ ਵਰਖਾ ਦੀ ਬੂੰਦ, ਤਾਂ ਉਹ ਬਹੁਤ ਖਿੜਾਓ 'ਚ ਆ ਜਾਂਦਾ। ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਤੁਹਾਡੀ ਚਰਨ ਕਮਲਾਂ ਦੇ ਨਾਲ ਤੁਹਾਡੀ ਪ੍ਰੀਤ ਇਸ ਤਰ੍ਹਾਂ ਦੀ ਬਣੀ ਰਹੇ, ਅਤੇ ਤੁਹਾਡਾ ਮਨ ਭਵਰਾ ਵਾਂਗ ਬਣ ਜਾਏ, ਇੱਦਾਂ ਲਿਪਟਿਆ ਰਹੇ, ਇੰਨੀ ਪ੍ਰੀਤ ਹੋ ਜਾਏ। ਗੁਜਰੀ ਮਹੱਲਾ ਪੰਜਵਾਂ।
मता करै पच्छम कै ताई, पूरब ही लै जात। खिन मैं थाप उथापन हारा, आपन हाथ मतात। सियानप काहू काम न आत, जो अनरूप्यो ठाकुर मेरै, होई रही ओह बात। रहाओ। जो अनरूप्यो ठाकुर मेरै, होए रही ओह बात। रहाओ। ਕਹਿੰਦੇ ਜੀਵ ਜੇ ਆਪਣੇ ਮਨ ਵਿੱਚ ਹੋਰ ਕੁਛ ਕਰਨ ਦਾ ਸੋਚੇ, ਪਰ ਪਰਮਾਤਮਾ ਕੁਛ ਹੋਰ ਕਰਾ ਦੇਵੇ, ਕਹਿੰਦੇ ਜੀਵ ਦੀ ਚਤੁਰਾਈ ਕਿਸੇ ਕੰਮ ਨਹੀਂ ਆਉਂਦੀ। ਉਹ ਪਰਮੇਸ਼ਰ ਦੇ ਹੱਥ ਸਭ ਕੁਛ ਹੈ, ਉਹ ਕਰਨ ਕਾਰਨਹਾਰ ਹੈ। ਉਹ ਕਹਿੰਦੇ ਇੱਕ ਖਿਣ ਦੇ ਵਿੱਚ ਧਰਤੀ ਨੂੰ ਬਣਾ ਸਕਦਾ ਹੈ, ਇੱਕ ਖਿਣ ਦੇ ਵਿੱਚ ਇਹਨੂੰ ਸਭ ਕੁਛ ਖਤਮ ਕਰ ਸਕਦਾ ਹੈ। ਕਹਿੰਦੇ ਜੀਵ ਨੂੰ ਇੱਕ ਖਿਣ ਵਿੱਚ ਪੈਦਾ ਕਰ ਸਕਦਾ ਹੈ, ਇੱਕ ਖਿਣ ਵਿੱਚ ਖਤਮ ਕਰ ਸਕਦਾ ਹੈ। ਸਭ ਕੁਛ ਕਹਿੰਦੇ ਜੋ ਕਰਨ ਦੀ ਤਰਕੀਬ ਆ ਉਹ ਪਰਮੇਸ਼ਰ ਦੇ ਹੱਥ ਆ। ਜੀਵ ਦੀ ਚਤੁਰਾਈ ਕਿਸੇ ਕੰਮ ਨਹੀਂ ਆਉਂਦੀ। ਕਹਿੰਦੇ ਜੋ ਕੁਛ ਪਰਮੇਸ਼ਰ ਨੇ ਕਰਨਾ, ਪਰਮੇਸ਼ਰ ਨੇ ਉਹੀ ਕਰਨਾ। ਜੀਵ ਦੇ ਮਨ ਵਿੱਚ ਕੁਛ ਵੀ ਹੋਵੇ, ਚਾਹੇ ਕੋਈ ਚਤੁਰਾਈ ਕੰਮ ਨਹੀਂ ਆਉਂਦੀ। ਦੇਸ ਕਮਾਵਣ ਧਨ ਜੋਰਨ ਕੀ, ਮਨਸਾ ਬੀਚੈ ਨਿਕਸੇ ਸਾਸ। ਲਸਕਰ ਨੇਬ ਖਵਾਸ ਸਭ ਤਿਆਗੇ, ਜਮਪੁਰ ਊਠ ਸਿਧਾਸ। ਕਹਿੰਦੇ ਜੀਵ ਦੇ ਮਨ ਦੇ ਵਿੱਚ ਤਾਂ ਅਜੇ ਹੋਰ ਦੇਸ਼ਾਂ ਨੂੰ ਕਬਜ਼ਾ ਕਰਨ ਦੀ, ਹੋਰ ਧਨ ਜੋੜਨ ਦੀ ਆਸਾ ਹੁੰਦੀ ਆ, ਅਤੇ ਇਹਨਾਂ ਸੋਚਾਂ ਦੇ ਵਿੱਚ ਹੀ ਜੀਵ ਦੇ ਸਵਾਸ ਪੂਰੇ ਹੋ ਜਾਂਦੇ ਨੇ, ਨਿਕਲ ਜਾਂਦੇ ਨੇ। ਫਿਰ ਕਹਿੰਦੇ ਉਹਦੀਆਂ ਸਾਰੀਆਂ ਜਿਹੜੀਆਂ ਫੌਜਾਂ ਨੇ, ਅਹਿਲਕਾਰ ਨੇ, ਸਭ ਕੁਛ ਜਿਹੜਾ ਇਕੱਠਾ ਕੀਤਾ ਹੋਇਆ ਇੱਥੇ ਹੀ ਰਹਿ ਜਾਂਦਾ। ਉਹ ਕਹਿੰਦੇ ਆਪ ਸਭ ਕੁਛ ਛੱਡ ਕੇ ਵਿੱਚ ਹੀ ਜੰਮਪੁਰ ਚਲੇ ਜਾਂਦਾ। ਜਦੋਂ ਸਵਾਸ ਪੂਰੇ ਹੋ ਗਏ, ਉਹਦਾ ਇੱਥੋਂ ਦਾ ਸਮਾਂ ਖਤਮ ਹੋ ਗਿਆ, ਸਭ ਕੁਛ ਇੱਦਾਂ ਹੀ ਧਰਿਆ ਧਰਾਇਆ ਛੱਡ ਕੇ ਚਲੇ ਜਾਂਦਾ। ਹੋਏ ਅਨਿਨ ਮਨ ਹਠ ਕੀ ਦ੍ਰਿੜਤਾ, ਆਪਸ ਕੋ ਜਾਨਾਤ। ਜੋ ਅਨਿੰਦ ਨਿੰਦ ਕਰ ਛੋਡਿਓ, ਸੋਈ ਫਿਰ ਖਾਤ। ਫਿਰ ਕਹਿੰਦੇ ਆਪਣੇ ਮਨ ਹੱਠ ਕਰਕੇ ਗ੍ਰਹਿਸਥ ਤੋਂ ਉਪਰਾਮਤਾ ਕਰੇ, ਅਤੇ ਫਿਰ ਆਪਣੇ ਆਪ ਨੂੰ ਜੀਵ ਵੱਡਾ ਦਿਖਾਏ ਕਿ ਵੀ ਮੈਂ ਗ੍ਰਹਿਸਥ ਵੀ ਤਿਆਗ ਦਿੱਤੀ ਆ। ਕਹਿੰਦੇ ਗ੍ਰਹਿਸਥ ਤਿਆਗਣ ਯੋਗ ਨਹੀਂ, ਗ੍ਰਹਿਸਥ ਮਾੜੀ ਨਹੀਂ ਹੈਗੀ, ਪਰ ਉਹਨੂੰ ਮਾੜੀ ਸਮਝ ਕੇ ਜੀਵ ਛੱਡ ਦਿੰਦਾ। ਫਿਰ ਆਪਣੇ ਆਪ ਨੂੰ ਦਿਖਾਉਂਦਾ ਕਿ ਮੈਂ ਹੁਣ ਵੱਡਾ ਬਣ ਗਿਆ, ਪਰ ਜਿਹੜੀ ਗ੍ਰਹਿਸਥ ਛੱਡ ਕੇ ਜਾਂਦਾ ਫਿਰ ਮੰਗ ਕੇ ਵੀ ਉੱਥੋਂ ਹੀ ਖਾਂਦਾ। ਜਿਹੜੇ ਜੋਗੀ ਲੋਕ ਇੱਦਾਂ ਰਹਿੰਦੇ ਨੇ, ਫਿਰ ਮੰਗਣ ਵੀ ਉੱਥੇ ਹੀ ਜਾਂਦੇ ਨੇ ਗ੍ਰਹਿਸਥੀਆਂ ਦੇ। ਸਹਿਜ ਸੁਭਾਏ ਭਏ ਕਿਰਪਾਲਾ, ਤਿਸ ਜਨ ਕੀ ਕਾਟੀ ਫਾਸ। ਕਹੋ ਨਾਨਕ ਗੁਰ ਪੂਰਾ ਭੇਟਿਆ, ਪ੍ਰਵਾਨ ਗ੍ਰਹਿਸਥ ਉਦਾਸ। ਕਹਿੰਦੇ ਜਿਸ ਜੀਵ 'ਤੇ ਪਰਮੇਸ਼ਰ ਆਪ ਦਿਆਲ ਹੁੰਦੇ ਨੇ, ਕਹਿੰਦੇ ਉਸ ਜੀਵ ਨੂੰ ਸਹਿਜ ਸੁਭਾਵਕ ਹੀ ਕਹਿੰਦੇ ਉਪਰਾਮਤਾ ਸੰਸਾਰ ਤੋਂ ਹੋ ਜਾਂਦੀ ਆ, ਅਤੇ ਉਹਨਾਂ ਦੀ ਜਿਹੜੀ ਹੈਗੀ ਆ ਮਾਇਆ ਦੀ ਫਾਹੀ, ਜਿਹੜੀ ਸਹਿਜ ਸੁਭਾਅ ਹੀ ਪਰਮਾਤਮਾ ਵੱਲੋਂ ਕੱਟ ਦਿੱਤੀ ਜਾਂਦੀ ਆ। ਫਿਰ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਗੁਰੂ ਨਾਲ ਹੋ ਗਿਆ, ਜਿਹਨੇ ਗੁਰੂ ਦੀ ਸ਼ਰਨ ਲੈ ਲਈ, ਉਹ ਜੀਵ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਹੀ ਗ੍ਰਹਿਸਥ ਵੱਲੋਂ ਉਪਰਾਮ ਹੋ ਜਾਂਦਾ, ਅਤੇ ਉਹ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ, ਪਰਮੇਸ਼ਰ ਦੇ ਦਰ 'ਤੇ ਕਬੂਲ ਪੈ ਜਾਂਦਾ। ਗ੍ਰਹਿਸਥ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਉਪਰਾਮ ਹੋ ਜਾਂਦਾ। ਗੁਜਰੀ ਮਹੱਲਾ ਪੰਜਵਾਂ। ਨਾਮ ਨਿਧਾਨ ਜਿਨ ਜਨ ਜਪਿਓ, ਤਿਨ ਕੇ ਬੰਧਨ ਕਾਟੇ। ਕਾਮ ਕ੍ਰੋਧ ਮਾਇਆ ਬਿਖ ਮਮਤਾ, ਇਹ ਬਿਆਦ ਤੇ ਹਾਟੇ। ਹਰ ਜਸ ਸਾਧ ਸੰਗ ਮਿਲ ਗਾਇਓ,
ਗੁਰ ਪ੍ਰਸਾਦ ਭਿਓ ਮਨ ਨਿਰਮਲ, ਸਰਬ ਸੁਖਾਂ ਸੁਖ ਪਾਇਓ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ, ਕਹਿੰਦੇ ਨਾਮ ਨਿਧਾਨ ਜਿਨ ਜਿਨ ਜਪਿਓ, ਜਿਹਨੇ ਵੀ ਉਹਦਾ ਨਾਮ ਜਪਿਆ ਕਹਿੰਦੇ ਉਹਦੇ ਮਾਇਆ ਦੇ ਵਿਕਾਰਾਂ ਦੇ ਸਾਰੇ ਬੰਧਨ ਘੱਟ ਹੋ ਗਏ। ਕਹਿੰਦੇ ਕਾਮ, ਕ੍ਰੋਧ, ਮਾਇਆ ਦਾ ਮੋਹ, ਕਹਿੰਦੇ ਮਮਤਾ, ਇਹ ਸਾਰੇ ਰੋਗ ਉਹਦੇ ਖਤਮ ਹੋ ਗਏ। ਜਿਸ ਨੇ ਵੀ ਕਹਿੰਦੇ ਸੰਗਤ ਦੇ ਵਿੱਚ ਮਿਲ ਕੇ ਉਸ ਪਰਮੇਸ਼ਰ ਦਾ ਨਾਮ ਜਪਿਆ, ਉਹਦੀ ਸਿਫਤ ਸਲਾਹ ਕੀਤੀ ਆ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਸ ਜੀਵ ਦਾ ਮਨ ਨਿਰਮਲ ਹੋ ਗਿਆ ਤੇ ਉਹਨੇ ਸਾਰੇ ਸੁੱਖ ਪਾ ਲਏ ਤੇ ਸਾਰੇ ਸੁੱਖ ਦੇਣ ਵਾਲਾ ਪਰਮੇਸ਼ਰ ਪਾ ਲਿਆ। ਜੋ ਕਿਛ ਕੀਓ ਸੋਈ ਭਲ ਮਾਨੈ, ਐਸੀ ਭਗਤ ਕਮਾਨੀ, ਮਿੱਤਰ ਸੱਤਰ ਸਭ ਏਕ ਸਮਾਨੇ, ਜੋਗ ਜੁਗਤ ਨੀਸਾਨੀ। ਕਹਿੰਦੇ ਉਹ ਇਸ ਤਰ੍ਹਾਂ ਦੀ ਭਗਤੀ ਹੁੰਦੀ ਆ ਉਸ ਜੀਵ ਦੀ, ਕਹਿੰਦੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਜੋ ਪਰਮੇਸ਼ਰ ਕਰਦਾ ਉਹਨਾਂ ਨੂੰ ਭਲਾ ਲੱਗਦਾ, ਉਹ ਪਰਮੇਸ਼ਰ ਦੀ ਰਜ਼ਾ ਨੂੰ ਮਿੱਠੀ ਮੰਨਦੇ ਨੇ। ਉਹਨਾਂ ਲਈ ਕਹਿੰਦੇ ਮਿੱਤਰ ਤੇ ਸ਼ਤਰੂ, ਮਿੱਤਰ ਤੇ ਦੁਸ਼ਮਣ ਇੱਕ ਬਰਾਬਰ ਹੁੰਦੇ ਨੇ। ਇਹ ਫਿਰ ਪਰਮੇਸ਼ਰ ਦੇ ਮਿਲਣ ਦੀ ਨਿਸ਼ਾਨੀ ਆ, ਜਿਨ੍ਹਾਂ ਨੂੰ ਹਰ ਇੱਕ ਦੇ ਵਿੱਚ ਪਰਮੇਸ਼ਰ ਹੀ ਨਜ਼ਰ ਆਉਂਦਾ, ਕੋਈ ਮਿੱਤਰ ਨਹੀਂ, ਕੋਈ ਸ਼ਤਰੂ ਨਹੀਂ, ਸਭ ਦੇ ਵਿੱਚ ਪਰਮੇਸ਼ਰ ਹੀ ਪਰਮੇਸ਼ਰ। ਪੂਰਨ ਪੂਰ ਰਹਿਓ ਸਰਬ ਥਾਈ, ਆਨ ਨਕਤ ਹੂੰ ਜਾਤਾ, ਕਟ ਕਟ ਅੰਤਰ ਸਰਬ ਨਿਰੰਤਰ, ਰੰਗ ਰਵਿਓ ਰੰਗ ਰਾਤਾ। ਉਹਨਾਂ ਨੂੰ ਕਹਿੰਦੇ ਫਿਰ ਹਰ ਇੱਕ ਜਗ੍ਹਾ 'ਤੇ ਹਰ ਇੱਕ ਜੀਵ ਦੇ ਵਿੱਚ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਹੈ। ਕਹਿੰਦੇ ਉਹਨਾਂ ਨੂੰ ਹੈ ਕਿ ਪਰਮੇਸ਼ਰ ਹੀ ਹਰ ਜਗ੍ਹਾ 'ਤੇ ਹੈ। ਉਹ ਇਸ ਤਰ੍ਹਾਂ ਫਿਰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ, ਹਰ ਇੱਕ ਜਗ੍ਹਾ 'ਤੇ ਉਹਨੂੰ ਵਿਆਪਕ ਜਾਣ ਕੇ, ਹਰ ਇੱਕ ਦੇ ਵਿੱਚ ਉਹਨੂੰ ਵਿਆਪਕ ਜਾਣ ਕੇ। ਪੈ ਕਿਰਪਾਲ ਦਿਆਲ ਗੋਪਾਲਾ, ਤਾ ਨਿਰਪੈ ਕੈ ਘਰ ਆਇਆ, ਕਲ ਕਲੇਸ ਮਿਟੇ ਖਿਨ ਪੀਤਰ, ਨਾਨਕ ਸਹਿਜ ਸਮਾਇਆ। ਜਦੋਂ ਕਹਿੰਦੇ ਕਿਸੇ ਜੀਵ 'ਤੇ ਪਰਮੇਸ਼ਰ ਆਪ ਦਿਆਲ ਹੁੰਦੇ ਨੇ, ਤਾਂ ਉਹ ਜੀਵ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਉਹਨੂੰ ਪੈਂਦੀ ਆ। ਕਹਿੰਦੇ ਉਹ ਪਰਮੇਸ਼ਰ ਜਿਹੜਾ ਨਿਰਭੈ ਹੈ, ਤਾਂ ਉਹਦੇ ਚਰਨਾਂ ਦੇ ਵਿੱਚ ਆਉਂਦਾ ਉਹ ਜੀਵ, ਜਿੱਤੇ ਉਹਦੀ ਆਪ ਦਇਆ ਹੁੰਦੀ ਆ। ਫਿਰ ਕੀ ਹੁੰਦਾ, ਕਹਿੰਦੇ ਇੱਕ ਪਲ ਦੇ ਵਿੱਚ ਕਹਿੰਦੇ ਉਹਨਾਂ ਦੇ ਅੰਦਰੋਂ ਸਾਰੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ। ਜਦੋਂ ਜੀਵ ਪਰਮੇਸ਼ਰ ਦੀ ਸ਼ਰਨ ਲੈਂਦਾ, ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ। ਗੁਜਰੀ ਮਹੱਲਾ ਪੰਜਵਾਂ। ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੈ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨ ਪਉ ਸਾਗਰ ਤਰਿਆ। ਗੁਰ ਹਰਿ ਬਿਨ ਕੋ ਨਾ ਬਿਰਥਾ ਦੁਖ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਾਟੈ ਰਹਾਓ। ਹਾਂਜੀ ਸੰਗਤ ਜੀ, ਬੜੀ ਪਤੇ ਦੀ ਬਾਤ ਕਹਿੰਦੇ ਨੇ ਪਾਤਸ਼ਾਹ। ਕਹਿੰਦੇ ਕਿ ਆਪਾਂ ਆਪਣਾ ਦੁੱਖ ਕਿਸੇ ਹੋਰ ਜੀਵ ਨੂੰ ਕਿਉਂ ਦੱਸਦੇ ਹਾਂ? ਕਿਉਂਕਿ ਆਪਣਾ ਦੁੱਖ ਤਾਂ ਉਹਨੂੰ ਦੱਸੀਏ ਜੋ ਆਪ ਦੁਖੀ ਨਹੀਂ। ਉਹ ਕੌਣ ਆ? ਪਰਮੇਸ਼ਰ। ਕਹਿੰਦੇ ਪਰਮੇਸ਼ਰ ਤੋਂ ਬਿਨਾਂ ਆਪਣਾ ਦੁੱਖ ਕਿਸੇ ਨੂੰ ਨਾ ਦੱਸੋ। ਹਰ ਕੋਈ ਆਪਣੇ ਦੁੱਖ 'ਚ ਦੁਖੀ ਆ। ਜਿਸ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਅਰਾਧਿਆ, ਉਹੀ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਰਿਆ। ਕਹਿੰਦੇ ਗੁਰੂ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਸਾਡਾ ਦੁੱਖ ਹੋਰ ਕੋਈ ਕੱਟ ਨਹੀਂ ਸਕਦਾ। ਕਹਿੰਦੇ ਜੇ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਦੇ ਸੇਵਕ ਬਣੀਏ, ਕਿਸੇ ਹੋਰ ਦੇ ਅੱਗੇ ਤਰਲਾ ਕਰੀਏ, ਤਾਂ ਆਪਣੀ ਇੱਜ਼ਤ ਆਪ ਹੀ ਘਟਦੀ ਆ। ਕਿਉਂਕਿ ਸਾਡੀ ਉਹ ਜਿਹੜੀ ਬਿਰਥਾ ਹੈਗੀ ਆ, ਦੂਜਾ ਜੀਵ ਸਾਡਾ ਦੁੱਖ ਨਹੀਂ ਕੱਟ ਸਕਦਾ। ਸਿਰਫ ਪਰਮੇਸ਼ਰ ਦੀ ਸ਼ਰਨ ਲਓ। ਮਾਇਆ ਕੇ ਸੰਬੰਧ ਸੈਨ, ਸਾਕ ਕਿਤ ਹੀ ਕਾਮ ਨ ਆਇਆ,
हर का दास नीच कुल ऊंचा, तिस संग मन बांछित फल पाया। ਕਹਿੰਦੇ ਜਿਹੜੇ ਸਾਡੇ ਸਕੇ ਸੰਬੰਧੀ ਨੇ ਕਹਿੰਦੇ ਉਹ ਸਾਰੇ ਮਾਇਆ ਦੇ ਸੰਬੰਧ ਨੇ। ਕਹਿੰਦੇ ਉਹਨਾਂ ਦੇ ਨਾਲ ਸਾਡੇ ਮਾਇਆ ਕਰਕੇ ਸੰਬੰਧ ਬਣੇ ਹੋਏ ਨੇ, ਪਰ ਸਾਡੇ ਉਹ ਕਿਸੇ ਦੁੱਖ ਸੁੱਖ ਵਿੱਚ ਕੰਮ ਨਹੀਂ ਆ ਸਕਦੇ। ਪਰ ਪਰਮੇਸ਼ਰ ਦਾ ਨਾਮ ਜਿਹੜਾ ਜਪਦਾ ਸੇਵਕ ਕਹਿੰਦੇ, ਚਾਹੇ ਉਹ ਨੀਵੀਂ ਜਾਤ ਦਾ, ਪਰ ਉਹ ਪਰਮੇਸ਼ਰ ਦਾ ਨਾਮ ਜਪਣ ਕਰਕੇ ਆਤਮਿਕ ਅਵਸਥਾ ਉਹਦੀ ਬਹੁਤ ਉੱਚੀ ਆ। ਕਹਿੰਦੇ ਉਹਦਾ ਕਹਿੰਦੇ ਸੰਗ ਕੀਤਿਆਂ ਸਾਨੂੰ ਮਨ ਇੱਛਿਤ ਫਲ ਮਿਲ ਜਾਂਦੇ ਨੇ ਉਹਦੀ ਸੰਗਤ ਕਰਨ ਦੇ ਨਾਲ, ਕਿਉਂਕਿ ਉਹਨੇ ਆਪ ਵੀ ਜਪਣਾ ਤੇ ਸਾਨੂੰ ਵੀ ਜਪਾਉਣਾ। ਨਾਮ ਦੀ ਸਾਰੀ ਗੱਲ ਆ। लाख कोट बिखिया के बिंजन, तां मह तृसन न बूझी। सिमरत नाम कोट उजियारा, बस्त अगोचर सूजी। ਕਹਿੰਦੇ ਜੀਵ ਚਾਹੇ ਲੱਖਾਂ ਕਰੋੜਾਂ ਸਵਾਦਲੇ ਭੋਜਨ ਹੋ ਜਾਣ ਤਾਂ ਵੀ ਕਹਿੰਦੇ ਉਹਦੀ ਖਾਣ ਦੀ ਤ੍ਰਿਸ਼ਨਾ ਨਹੀਂ ਬੁਝਦੀ ਹੈਗੀ, ਨਾ ਮਾਇਆ ਵੱਲੋਂ ਤ੍ਰਿਸ਼ਨਾ ਬੁਝਦੀ ਆ। ਕਹਿੰਦੇ ਪਰ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜੀਵ ਦੇ ਅੰਦਰ ਜਿਵੇਂ ਕਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ, ਇਸ ਤਰ੍ਹਾਂ ਆਤਮਿਕ ਚਾਨਣ ਹੋ ਜਾਂਦਾ, ਜਿੱਥੇ ਉਹ ਨਾਮ ਵਸਤੂ ਜੋ ਗੁਪਤ ਹੈ ਉਹਨੂੰ ਲੱਭ ਲੈਂਦਾ ਉਹਦਾ ਨਾਮ ਜਪਣ ਦੇ ਨਾਲ। ਉਸ ਪਰਮੇਸ਼ਰ ਦਾ ਨਾਮ ਧਨ ਲੱਭ ਲੈਂਦਾ। ਫਿਰਤ ਫਿਰਤ ਤੁਮਰੈ ਦੁਆਰ ਆਇਆ, ਭੈ ਪੰਜਨ ਹਰ ਰਾਇਆ। ਸਾਧ ਕੇ ਚਰਨ ਧੂਰ ਜਨ ਬਾਛੈ, ਸੁਖ ਨਾਨਕ ਇਹ ਪਾਇਆ। ਕਹਿੰਦੇ ਜਿਹੜਾ ਜੀਵ ਫਿਰਦਾ ਫਿਰਦਾ ਕਹਿੰਦੇ ਬੜੇ ਪਹਿਲਾਂ ਆਪਣੇ ਹੱਥ ਪੱਲੇ ਮਾਰਦਾ, ਕਹਿੰਦੇ ਫਿਰ ਜਦੋਂ ਅੰਤ ਨੂੰ ਪਰਮੇਸ਼ਰ ਦੇ ਦਰ 'ਤੇ ਆਉਂਦਾ, ਉਹ ਪਰਮੇਸ਼ਰ ਜੋ ਸਾਰਿਆਂ ਦੇ ਡਰ ਖਤਮ ਕਰਨ ਵਾਲਾ ਹੈ। ਫਿਰ ਉੱਥੇ ਆ ਕੇ ਕਹਿੰਦੇ ਮਨ ਦੀ ਇੱਛਾ ਹੁੰਦੀ ਆ ਕਿ ਸੰਤ ਜਨਾਂ ਦੀ ਧੂਰ ਮਿਲੇ, ਫਿਰ ਉਹ ਪਰਮੇਸ਼ਰ ਦੇ ਦਰ 'ਤੇ ਆ ਕੇ ਮਿਲਦੀ ਆ। ਇਸ ਤਰ੍ਹਾਂ ਫਿਰ ਉਸ ਜੀਵ ਦੀ ਇਹ ਇੱਛਾ ਪੂਰੀ ਹੁੰਦੀ ਆ ਸੰਤ ਦੀ, ਗੁਰੂ ਦੀ ਸ਼ਰਨ ਵਿੱਚ ਪੈਣ ਦੀ। ਗੁਜਰੀ ਮਹੱਲਾ ਪੰਜਵਾਂ। ਪੰਚਪਦਾ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਪ੍ਰਥਮੇ ਗਰਭ ਮਾਤਾ ਕੈ ਵਾਸਾ, ਊਹਾ ਛੋੜ ਧਰਨ ਮਹਿ ਆਇਆ। ਚਿੱਤਰ ਸਾਲ ਸੁੰਦਰ ਬਾਗ ਮੰਦਰ, ਸੰਗ ਨਾ ਕਛਹੂ ਜਾਇਆ। ਅਵਰ ਸਭ ਮਿਥਿਆ ਲੋਭ ਲਭੀ, ਗੁਰ ਪੂਰੈ ਦਿਓ ਹਰ ਨਾਮਾ। ਜੀ ਕੋ ਏਹਾ ਵਸਤ ਫਬੀ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਜੀਵ ਮਾਤਾ ਦੇ ਗਰਭ ਦੇ ਵਿੱਚ ਆਉਂਦਾ ਹੈ, ਫਿਰ ਉੱਥੋਂ ਜਦੋਂ ਜਨਮ ਹੋ ਜਾਂਦਾ ਫਿਰ ਇਸ ਧਰਤੀ 'ਤੇ ਆਉਂਦਾ। ਫਿਰ ਕਹਿੰਦੇ ਆਪਣੇ ਸੁੰਦਰ ਘਰ-ਬਾਰ ਸਾਰੇ ਰਿਸ਼ਤੇ ਦੇਖ ਕੇ ਕਹਿੰਦੇ ਫਿਰ ਇਹਦੇ ਦੇ ਵਿੱਚ ਗਲਤਾਨ ਹੋ ਜਾਂਦਾ। ਕਹਿੰਦੇ ਪਰ ਇਹ ਸਭ ਕੁਛ ਜਿਨ੍ਹਾਂ ਚੀਜ਼ਾਂ ਦੇ ਵਿੱਚ ਜੀਵ ਆਪਣੇ ਆਪ ਨੂੰ ਗਲਤਾਨ ਕਰ ਲੈਂਦਾ, ਇਹ ਸਭ ਝੂਠਾ ਹੈ। ਸਭ ਕੁਛ ਇਹ ਖਤਮ ਹੋਣ ਵਾਲਾ ਹੈ। ਫਿਰ ਕਹਿੰਦੇ ਜਿਸ ਜੀਵ ਦਾ ਮਨ ਕਹਿੰਦੇ ਪਰਮੇਸ਼ਰ ਦੇ ਨਾਮ ਵਿੱਚ ਟਿਕ ਜਾਂਦਾ, ਉਹਨੂੰ ਗੁਰੂ ਵੱਲੋਂ ਦਿੱਤਾ ਹੋਇਆ ਪਰਮੇਸ਼ਰ ਦਾ ਨਾਮ ਹੀ ਚੰਗਾ ਲੱਗਦਾ। ਕਹਿੰਦੇ ਉਹ ਫਿਰ ਇਹ ਸੰਸਾਰਿਕ ਪਦਾਰਥਾਂ ਦੇ ਵਿੱਚ ਨਹੀਂ ਰੀਝਦਾ। ਇਸ਼ਟ ਮੀਤ ਬੰਦ ਪਸੁਤ ਪਾਈ, ਸੰਗ ਬਨਤਾ ਰਚ ਹਸਿਆ। ਜਬ ਅੰਤੀ ਅਵਸਰ ਆਏ ਬਨਿਓ ਹੈ, ਉਨ ਪੇਖਤ ਹੀ ਕਾਲ ਗਰਸਿਆ। ਕਹਿੰਦੇ ਜੀਵ ਆਪਣੇ ਸਾਰੇ ਰਿਸ਼ਤੇਦਾਰਾਂ ਵਿੱਚ ਪੁੱਤਰ, ਇਸਤਰੀ, ਹੋਰ ਪਰਿਵਾਰ ਸਾਰਿਆਂ ਵਿੱਚ ਕਹਿੰਦੇ ਬੜਾ ਕਹਿੰਦੇ ਵੀ ਖੁਸ਼ੀ ਨਾਲ ਰਹਿੰਦਾ। ਪਰ ਜਦੋਂ ਕਹਿੰਦੇ ਅੰਤ ਦਾ ਸਮਾਂ ਆਉਂਦਾ, ਇਹ ਰਿਸ਼ਤੇਦਾਰਾਂ ਦੇ ਦੇਖਦਿਆਂ ਦੇਖਦਿਆਂ ਹੀ ਜੀਵ ਮੌਤ ਦੇ ਮੂੰਹ 'ਚ ਚਲੇ ਜਾਂਦਾ। ਕੋਈ ਉਹਦਾ ਮਦਦਗਾਰ ਨਹੀਂ ਬਣ ਸਕਦਾ।
ਕਰ ਕਰ ਅਨਰਥ ਬਿਹਾਜੀ ਸੰਪੈ ਸੋਇਨਾ ਰੂਪਾ ਦਾਮਾ ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਪਿਓ ਬੀਰਾਨਾ। ਕਹਿੰਦੇ ਜੀਵ ਆਪਣੇ ਜੀਵਨ ਦੇ ਦੌਰਾਨ ਬੜੇ ਤਰ੍ਹਾਂ ਦੇ ਮਾੜੇ ਕੰਮ ਕਰਕੇ ਵੀ ਸੋਨਾ ਚਾਂਦੀ ਪੈਸਾ ਇਕੱਠਾ ਕਰਦਾ। ਫਿਰ ਜਦੋਂ ਇਹ ਕੰਮ ਕਰਦਾ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਮਜ਼ਦੂਰ ਨੂੰ ਮਜ਼ਦੂਰੀ ਮਿਲਦੀ ਆ ਤਾਂ ਇਸ ਦੌਰਾਨ ਜੀਵ ਨੂੰ ਖਾਣ ਪੀਣ ਦੇ ਲਈ ਪਹਿਨਣ ਲਈ ਸਮਾਨ ਮਿਲਦਾ ਰਹਿੰਦਾ। ਪਰ ਅੰਤ ਨੂੰ ਜਦੋਂ ਇਸ ਸੰਸਾਰ ਤੋਂ ਜਾਂਦਾ ਤਾਂ ਫਿਰ ਨਾਲ ਕੁਛ ਨਹੀਂ ਲਿਜਾ ਸਕਦਾ। ਜੋ ਕੁਛ ਇਕੱਠਾ ਕੀਤਾ ਉਹ ਫਿਰ ਬੇਗਾਨਾ ਹੋ ਜਾਂਦਾ। ਫਿਰ ਜਿਹੜੀ ਚੀਜ਼ ਬੇਗਾਨੀ ਹੋ ਜਾਣੀ ਆ ਉਹਦੇ ਲਈ ਫਿਰ ਇੰਨੀ ਜ਼ਿਆਦਾ ਭੱਜ ਦੌੜ ਕਰਨ ਦੀ, ਮਾਰ ਕੁਟਾਈ ਕਰਨ ਦੀ ਕੀ ਲੋੜ ਜੋ ਨਾਲ ਨਹੀਂ ਜਾਣੀ ਸਦਾ ਲਈ। ਹੈਵਰ ਗੈਵਰ ਰਥ ਸੰਬਾਹੇ ਗਹੁ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਤਾਈ ਚਲੇ ਨਹੀਂ ਇੱਕ ਪਿਆਰੇ। ਕਹਿੰਦੇ ਫਿਰ ਜੀਵਨ ਦੇ ਦੌਰਾਨ ਹਾਥੀ ਘੋੜੇ ਰੱਥ ਹੋਰ ਮਤਲਬ ਆਪਣੀ ਜ਼ਮੀਨ ਜਾਇਦਾਦ ਇਕੱਠੀ ਕਰਦਾ। ਫਿਰ ਉਹਨੂੰ ਦੇਖਦਾ ਵੀ ਇਹ ਸਾਰਾ ਕੁਛ ਮੇਰਾ। ਜਦੋਂ ਕਹਿੰਦੇ ਲੰਮੀ ਧਾਈ ਹੁੰਦੀ ਆ ਇਸ ਸੰਸਾਰ ਨੂੰ ਛੱਡ ਕੇ ਲੰਮੀ ਯਾਤਰਾ 'ਤੇ ਜਾਣਾ, ਪਰਮਾਤਮਾ ਦੇ ਘਰ ਦੀ ਯਾਤਰਾ 'ਤੇ ਜਾਣਾ, ਜਦੋਂ ਕਹਿੰਦੇ ਫਿਰ ਕਹਿੰਦੇ ਇੱਕ ਪੈਰ ਨਹੀਂ ਕਹਿੰਦੇ ਨਾਲ ਲਿਜਾ ਸਕਦਾ ਕਿਸੇ ਚੀਜ਼ ਨੂੰ, ਸਭ ਕੁਛ ਇੱਥੇ ਰਹਿ ਜਾਣਾ। ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰ ਨਾਨਕ ਕੋ ਦੀ ਉਹ ਮਰੈ ਨ ਆਵੈ ਜਾਈ। ਫਿਰ ਕਹਿੰਦੇ ਸਦਾ ਦਾ ਧਨ ਕਿਹੜੀ ਚੀਜ਼ ਆ? ਉਹ ਹੈ ਨਾਮ। ਨਾਮ ਪਰਮੇਸ਼ਰ ਦਾ ਜਿਹਨੇ ਜਪ ਲਿਆ, ਕਮਾਈ ਕਰ ਲਈ, ਉਹ ਨਾਮ ਧਨ ਹੈ ਸਦਾ ਦਾ। ਜੋ ਪਰਮੇਸ਼ਰ ਦਾ ਨਾਮ ਧਨ ਹੈ ਉਹਦੇ ਨਾਲ ਜੀਵ ਨੂੰ ਸੁੱਖ ਮਿਲਦਾ। ਉਹੀ ਪਰਮੇਸ਼ਰ ਦਾ ਨਾਮ ਹੀ ਜੀਵ ਦਾ ਪਰਿਵਾਰ ਹੈ ਜੋ ਅੰਤ ਵਿੱਚ ਸਖਾਈ ਬਣਨ ਵਾਲਾ ਹੈ। ਹੋਰ ਜਿਹੜਾ ਇਹ ਪਰਿਵਾਰ ਹੈ ਰਿਸ਼ਤੇਦਾਰਾਂ ਵਾਲਾ ਉਹ ਸਭ ਇੱਥੇ ਰਹਿ ਜਾਂਦਾ ਹੈ। ਨਾਮ ਹੀ ਧਨ ਹੈ, ਨਾਮ ਹੀ ਸੁੱਖ ਦੇਣ ਵਾਲੀ ਸੰਪਤ ਹੈ, ਨਾਮ ਹੀ ਅਸਲੀ ਪਰਿਵਾਰ ਹੈ ਜਿਹਨੇ ਅੰਤ ਤੱਕ ਜੀਵ ਦਾ ਸਹਾਈ ਬਣਨਾ। ਫਿਰ ਨਾਨਕ ਜੀ ਕਹਿੰਦੇ ਨੇ, ਨਾਨਕ ਜੀ ਨੂੰ ਤਾਂ ਕਹਿੰਦੇ ਗੁਰੂ ਨੇ ਇਹ ਨਾਮ ਦੀ ਸੰਪਤੀ ਦਿੱਤੀ ਆ। ਇਹ ਜਿਹੜੀ ਨਾਮ ਦੀ ਸੰਪਤੀ ਆ ਇਹ ਨਾ ਤਾਂ ਗਵਾਚਦੀ ਆ ਅਤੇ ਨਾ ਕਦੇ ਖਤਮ ਹੁੰਦੀ ਆ ਅਤੇ ਨਾ ਮਰਦੀ ਆ। ਇਹ ਨਾਮ ਦੀ ਸੰਪਤੀ ਜੀਵ ਦੇ ਨਾਲ ਸਦਾ ਲਈ ਰਹਿੰਦੀ ਆ। ਫਿਰ ਇਹੀ ਇਕੱਠੀ ਕਰਨ ਦਾ ਜੀਵ ਨੂੰ ਲਾਭ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।